ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਲੋਕਾਈ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਕਲਯੁਗੀ ਸੁਭਾਅ ਵਾਲੇ ਲੋਕਾਂ ਦਾ ਉਧਾਰ ਕਰਦੇ ਹੋਏ ਹਿੰਦੂ ਤੀਰਥਾਂ ਵੱਲ ਹੋ ਤੁਰੇ। ਸਭ ਤੋਂ ਪਹਿਲਾਂ ਸਤਿਗੁਰ ਜੀ ਨੇ ਹਰਿਦੁਆਰ ਜਾ ਡੇਰਾ ਕੀਤਾ। ਸੈਦਪੁਰ ਤੋਂ 400 ਮੀਲ ਦੱਖਣ ਪੂਰਬ ਦੇ ਰੁੱਖ 6 ਮਹੀਨਿਆਂ ਵਿੱਚ ਹਰਿਦੁਆਰ ਪਹੁੰਚੇ। 2-2.5 ਮੀਲ ਰੋਜ਼ਾਨਾ ਪੈਂਡੇ ਦੀ ਔਸਤ ਬਣਦੀ ਹੈ। ਸਤਿਗੁਰ ਜੀ ਨੇ ਗੰਗਾ ਦੇ ਕੰਢੇ 'ਤੇ ਜਾ ਕੇ ਡੇਰਾ ਕਰ ਲਿਆ। ਉੱਥੇ ਹੀ ਇੱਕ ਵੈਸ਼ਨਵ ਸਾਧੂ ਟਿਕਿਆ ਹੋਇਆ ਸੀ। ਇੱਕ ਦਿਨ ਸਵੇਰੇ ਉੱਠ ਕੇ ਸਾਧੂ ਨੇ ਚੌਂਕਾ ਬਣਾ ਕੇ ਪੋਚਾ ਫੇਰਿਆ, ਅੱਗ ਬਾਲੀ ਤੇ ਰੋਟੀ ਪਕਾਉਣ ਲਈ ਉੱਦਮ ਕੀਤਾ। ਭਾਈ ਮਰਦਾਨਾ ਜੀ ਉਸ ਪਾਸੋਂ ਅੱਗ ਮੰਗਣ ਲਈ ਗਏ, ਪਰ ਮਰਦਾਨਾ ਜੀ ਦਾ ਪਰਛਾਵਾਂ ਸਾਧੂ ਦੇ ਚੌਂਕੇ ਉੱਤੇ ਜਿਉਂ ਹੀ ਪਿਆ ਤਾਂ ਸਾਧੂ ਅਨੁਸਾਰ ਉਸ ਦਾ ਚੌਂਕਾ ਪਿੱਟਿਆ ਗਿਆ। ਸਾਧੂ ਲੋਹਾ ਲਾਖਾ ਹੋਇਆ, ਬੁਰਾ ਭਲਾ ਕਹਿਆ ਅਤੇ ਇੱਥੇ ਹੀ ਨਹੀਂ ਰੁਕਿਆ, ਸਗੋਂ ਚੁੱਲ੍ਹੇ ਦੇ ਵਿੱਚੋਂ ਇੱਕ ਬਲਦਾ ਹੋਇਆ ਚੋ ਚੁੱਕ ਕੇ ਭਾਈ ਮਰਦਾਨਾ ਜੀ ਨੂੰ ਮਾਰਨ ਵਾਸਤੇ ਉਹਨਾਂ ਦੇ ਪਿੱਛੇ ਦੌੜਿਆ। ਸਤਿਗੁਰ ਜੀ ਨੇ ਉਸ ਸਾਧੂ ਨੂੰ ਸਮਝਾਇਆ ਕਿ ਪ੍ਰਮਾਤਮਾ ਇੰਨੇ ਬਾਹਰਲੇ ਚੌਂਕਿਆਂ ਉੱਤੇ ਨਹੀਂ ਰੀਝਦਾ। ਉਸ ਦੇ ਬਹਿਣ ਦੀ ਥਾਂ ਮਨੁੱਖ ਦਾ ਹਿਰਦਾ ਹੈ, ਨਾ ਕਿ ਇਹ ਬਾਹਰੀ ਚੌਂਕਾ। ਇਹ ਸਭ ਕਰਮਕਾਂਡ ਹਨ। ਜੇ ਹਿਰਦੇ ਵਿੱਚ ਨਿਰਦੈਤਾ ਹੈ, ਨਫ਼ਰਤ ਹੈ, ਪਰਾਈ ਨਿੰਦਾ ਹੈ, ਕ੍ਰੋਧ ਆਦਿਕ ਕਈ ਵਿਕਾਰ ਹਨ, ਤਾਂ ਅਜਿਹੇ ਮੈਲੇ ਹਿਰਦੇ ਵਿੱਚ ਪਰਮਾਤਮਾ ਬੈਠਣ ਨੂੰ ਤਿਆਰ ਨਹੀਂ ਹੋ ਸਕਦਾ। ਸਾਰੀ ਖਲਕਤ ਵਿੱਚ ਪਰਮਾਤਮਾ ਦੇ ਰੂਪ ਨੂੰ ਵੇਖਣਾ ਸਾਡਾ ਫਰਜ਼ ਹੈ। ਕਿਸੇ ਬੰਦੇ ਨੂੰ ਨੀਵੀਂ ਜਾਤ ਦਾ ਸਮਝਣਾ ਅਤੇ ਉਸ ਤੋਂ ਨਫ਼ਰਤ ਕਰਨੀ ਇਹ ਅਧਰਮ ਹੈ। ਇਹ ਧਰਮ ਦਾ ਕਾਰਜ ਨਹੀਂ ਹੈ। ਬਾਣੀ ਅੰਦਰ ਸਤਿਗੁਰ ਜੀ ਦੇ ਇਹ ਪਾਵਨ ਬੋਲ ਸ੍ਰੀ ਰਾਗ ਦੇ ਅੰਦਰ ਦਰਜ ਹਨ। ਸਤਿਗੁਰ ਜੀ ਆਖਦੇ ਹਨ, ਕਬੁੱਧ ਡੂਮਣੀ ਕੁਦਇਆ ਕੁਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ, ਨਾਨਕ ਅੱਗੇ ਊਤਮ ਸੇਈ, ਜੇ ਪਾਪਾਂ ਪੰਦ ਨਾ ਦੇਹੀ। ਇਹਨਾਂ ਪਾਵਨ ਬੋਲਾਂ ਦੇ ਨਾਲ ਸਤਿਗੁਰ ਜੀ ਨੇ ਉਸ ਸਾਧੂ ਨੂੰ ਜ਼ਿੰਦਗੀ ਦੀ ਸੱਚਾਈ ਦੇ ਨੇੜੇ ਕਰ ਦਿੱਤਾ। ਹਰਿਦੁਆਰ ਵਿਖੇ ਹੀ ਵਿਸਾਖੀ ਵਾਲੇ ਦਿਨ ਸਾਰੇ ਯਾਤਰੂਆਂ ਨੇ ਸਵੇਰੇ ਜਲਦੀ ਉੱਠ ਕੇ ਗੰਗਾ ਦਾ ਇਸ਼ਨਾਨ ਕੀਤਾ ਅਤੇ ਚੜ੍ਹਦੇ ਸੂਰਜ ਤੋਂ ਪਹਿਲਾਂ ਗੰਗਾ ਨਦੀ ਦੇ ਵਿੱਚ ਹੱਥ ਜੋੜ ਕੇ ਖਲੋ ਗਏ। ਜਿਉਂ ਹੀ ਸੂਰਜ ਚੜ੍ਹਿਆ, ਸੂਰਜ ਵੱਲ ਮੂੰਹ ਕਰਕੇ ਬੁੱਕਾਂ ਨਾਲ ਪਾਣੀ ਉਛਾਲਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਖਿਆਲ ਸੀ ਕਿ ਉਹ ਆਪਣੇ ਪਿੱਤਰਾਂ ਨੂੰ ਪਿੱਤਰ ਲੋਕ ਵਿੱਚ ਪਾਣੀ ਅਪੜਾ ਰਹੇ ਹਨ। ਸਤਿਗੁਰ ਜੀ ਵੀ ਗੰਗਾ ਦੇ ਵਿੱਚ ਜਾ ਵੜੇ ਤੇ ਚੜ੍ਹਦੇ ਦੇ ਥਾਂ ਲਹਿੰਦੇ ਵੱਲ ਪਾਣੀ ਉਛਾਲਣ ਲੱਗ ਪਏ। ਯਾਤਰੂਆਂ ਨੇ ਹੈਰਾਨੀ ਜਿਹੀ ਵਿੱਚ ਉਹਨਾਂ ਤੋਂ ਪੁੱਛਿਆ ਕਿ ਇਹ ਕੀ ਕਰਦੇ ਹੋ? ਗੁਰੂ ਸਾਹਿਬ ਨੇ ਉੱਤਰ ਦੇਣ ਦੀ ਥਾਂ ਉਹਨਾਂ ਅੱਗੇ ਹੀ ਸਵਾਲ ਖੜਾ ਕਰ ਦਿੱਤਾ ਤੇ ਪੁੱਛਿਆ, ਤੁਸੀਂ ਕੀ ਕਰ ਰਹੇ ਹੋ? ਯਾਤਰੂਆਂ ਨੇ ਦੱਸਿਆ ਕਿ ਅਸੀਂ ਸੂਰਜ ਦੇਵਤੇ ਦੇ ਰਾਹੀਂ ਆਪਣੇ ਪਿੱਤਰਾਂ ਨੂੰ ਜਲ ਪਹੁੰਚਾ ਰਹੇ ਹਾਂ, ਜੋ ਇੱਥੋਂ ਲੱਖਾਂ ਕੋਹਾਂ ਦੀ ਵਿੱਥ ਉੱਤੇ ਪਿੱਤਰ ਲੋਕ ਵਿੱਚ ਰਹਿੰਦੇ ਹਨ, ਤੇ ਸਾਡਾ ਜਲ ਸੂਰਜ ਦੀ ਰਾਹੀਂ ਉਹਨਾਂ ਪਿੱਤਰਾਂ ਤੱਕ ਪਹੁੰਚ ਜਾਏਗਾ। ਇਹ ਸੁਣ ਕੇ ਸਤਿਗੁਰ ਜੀ ਮੁੜ ਲਹਿੰਦੇ ਵੱਲ ਪਾਣੀ ਸਿੰਜਣ ਲੱਗ ਪਏ। ਜਦੋਂ ਉਹਨਾਂ ਲੋਕਾਂ ਦੀ ਹੈਰਾਨੀ ਬਹੁਤ ਵਧੀ ਤਾਂ ਸਤਿਗੁਰ ਜੀ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ ਪਿੰਡ ਤਲਵੰਡੀ ਦੇ ਖੇਤਾਂ ਵਿੱਚ ਪਾਣੀ ਅਪੜਾ ਰਹੇ ਹਾਂ। ਉਹ ਥਾਂ ਇੱਥੋਂ ਕੇਵਲ 350 ਮੀਲ ਦੀ ਵਿੱਥ ਉੱਤੇ ਹੈ। ਲੱਖਾਂ ਮੀਲਾਂ ਉੱਤੇ ਪਿੱਤਰ ਲੋਕ ਵਿੱਚ ਪਾਣੀ ਅਪੜਾਉਣ ਵਾਲਾ ਸੂਰਜ ਦੇਵਤਾ 350 ਮੀਲ 'ਤੇ ਵੀ ਅਪੜਾ ਦੇਵੇਗਾ। ਅਨੇਕਾਂ ਬੰਦਿਆਂ ਨੂੰ ਆਪਣੀ ਉਕਾਈ ਦੀ ਸਮਝ ਆ ਗਈ, ਪਰ ਕੁਝ ਲੋਕ ਅਜੇ ਵੀ ਆਪਣੀ ਜਿੱਦ ਉੱਤੇ ਅੜੇ ਹੋਏ ਸਨ ਅਤੇ ਕਹਿਣ ਲੱਗੇ, ਇਹ ਸਾਡੇ ਧਰਮ ਦਾ ਕਾਰਜ ਹੈ। ਜੇ ਅਸੀਂ ਸੂਰਜ ਵੱਲ ਪਾਣੀ ਨਹੀਂ ਦੇਵਾਂਗੇ ਤਾਂ ਸਾਡੇ ਪੂਰਵਜਾਂ ਤੱਕ ਇਹ ਪਾਣੀ ਕਿਵੇਂ ਅਪੜੇਗਾ ਅਤੇ ਅਸੀਂ ਉਹਨਾਂ ਦੀ ਸੇਵਾ ਕਿਵੇਂ ਕਰ ਸਕਦੇ ਹਾਂ? ਤਾਂ ਸਤਿਗੁਰ ਜੀ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਜਿਉਂਦਿਆਂ ਜੀ ਜਿਸ ਨੇ ਆਪਣੇ ਮਾਂ-ਬਾਪ ਨੂੰ ਸੰਭਾਲਿਆ ਨਹੀਂ, ਸੇਵਾ ਨਹੀਂ ਕੀਤੀ, ਮਰਨ ਤੋਂ ਬਾਅਦ ਉਸ ਦਾ ਕੋਈ ਲਾਭ ਨਹੀਂ। ਜੇ ਸੇਵਾ ਕਰਨੀ ਹੈ ਤੇ ਜਿਉਂਦੇ ਜੀ
ਆਪਣੇ ਮਾਂ-ਬਾਪ ਦੀ ਸੰਭਾਲ ਕਰੋ, ਉਹਨਾਂ ਦੀ ਸੇਵਾ ਕਰੋ, ਇਹੀ ਅਸਲ ਵਿੱਚ ਧਰਮ ਦਾ ਕਾਰਜ ਹੈ। ਇਹ ਜ਼ਿਕਰ 1 ਵੈਸਾਖ ਸੰਮਤ 1565 ਦਾ ਹੈ। ਈਸਵੀ ਸਾਲ ਅਨੁਸਾਰ ਸੰਨ 1508 ਤੇ ਮਾਰਚ ਦੀ 28 ਤਰੀਕ ਸੀ। ਦਿਨ ਸੋਮਵਾਰ ਦਾ ਸੀ। ਹਰਿਦੁਆਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਵਿੱਚ ਗੰਗਾ ਦਾ ਇੱਕ ਪ੍ਰਸਿੱਧ ਘਾਟ ਹੈ। ਸਹਾਰਨਪੁਰ ਤੋਂ 20 ਕੁ ਮੀਲ ਪਰੇ ਲਕਸਰ ਜੰਕਸ਼ਨ ਤੋਂ ਦੇਹਰਾਦੂਨ ਜਾਣ ਵਾਲੀ ਲਾਈਨ ਉੱਤੇ ਹਰਿਦੁਆਰ ਰੇਲ ਦਾ ਸਟੇਸ਼ਨ ਹੈ। ਗੰਗਾ ਦੇ ਕੰਢੇ ਜਿਸ ਥਾਂ ਸਤਿਗੁਰੂ ਨਾਨਕ ਦੇਵ ਜੀ ਨੇ ਡੇਰਾ ਕੀਤਾ, ਉੱਥੇ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿਸ ਦਾ ਨਾਮ ਹੈ ਨਾਨਕਵਾੜਾ ਸਾਹਿਬ। ਕੀਰਤਨ ਸਤਿਗੁਰ ਜੀ ਦੀ ਆਤਮਿਕ ਖੁਰਾਕ ਸੀ। ਸਵੇਰੇ ਸਵੇਰੇ ਅੰਮ੍ਰਿਤ ਵੇਲੇ ਤੋਂ ਪਹਿਰ ਦਿਨ ਚੜ੍ਹੇ ਤੱਕ, ਦਿਨ ਦੇ ਤੀਜੇ ਚੌਥੇ ਪਹਿਰ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਰਾਗ ਇੱਕ ਐਸੀ ਕੁਦਰਤੀ ਸੁੰਦਰਤਾ ਹੈ ਜੋ ਹਰੇਕ ਪ੍ਰਾਣੀ ਨੂੰ ਖਿੱਚ ਪਾ ਲੈਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਇਹ ਲੋੜ ਹੀ ਨਹੀਂ ਸੀ ਪੈਂਦੀ ਕਿ ਕਿਸੇ ਪਿੰਡ ਜਾ ਕੇ ਆਪਣੇ ਖਿਆਲ ਦੱਸਣ ਲਈ ਲੋਕਾਂ ਨੂੰ ਇਕੱਠਾ ਕਰਨ ਦਾ ਯਤਨ ਕਰਨ। ਰਾਗ ਦੀ ਖਿੱਚ ਨਾਲ ਲੋਕ ਆਪ ਮੁਹਾਰੇ ਪ੍ਰੇਰੇ ਚਲੇ ਆਉਂਦੇ ਸਨ। ਉਸ ਵਕਤ ਤੱਕ ਸਤਿਗੁਰ ਜੀ ਪਰਮਾਤਮਾ ਦੀ ਸਿਫਤ ਸਾਲਾ, ਪ੍ਰਾਰਥਨਾ ਅਤੇ ਜੀਵਨ ਦੇ ਕਈ ਪਹਿਲੂਆਂ ਬਾਰੇ ਸ਼ਬਦ ਲਿਖ ਚੁੱਕੇ ਹੋਏ ਸਨ। ਕੀਰਤਨ ਦੀ ਰਾਹੀਂ ਸਤਿਗੁਰ ਜੀ ਦੇ ਸਵੱਛ ਖਿਆਲਾਂ ਦਾ ਸੁਤੇ ਹੀ ਸਰੋਤਿਆਂ ਉੱਤੇ ਅਸਰ ਪੈਂਦਾ ਜਾਂਦਾ ਸੀ। ਕਿਤੇ ਉਚੇਚੀ ਸੰਘਣੀ ਵੱਸੋਂ ਨੂੰ ਛੱਡ ਕੇ ਆਮ ਤੌਰ ਉੱਤੇ 2-2, 2.5 ਮੀਲਾਂ ਦੀ ਵਿੱਥ ਉੱਤੇ ਹੀ ਪਿੰਡਾਂ ਦੀ ਵੱਸੋਂ ਹੁੰਦੀ ਹੈ। ਸੋ ਇਹ ਕਿਹਾ ਜਾ ਸਕਦਾ ਹੈ ਕਿ ਸੈਦਪੁਰ ਤੋਂ ਹਰਿਦੁਆਰ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਰਸਤੇ ਵਿੱਚ ਆਏ ਤਕਰੀਬਨ ਹਰੇਕ ਪਿੰਡ ਵਿੱਚ ਰਹਿਣ ਬਸੇਰਾ ਕੀਤਾ ਤੇ ਕੀਰਤਨ ਦੀ ਰਾਹੀਂ ਲੋਕਾਂ ਨੂੰ ਜੀਵਨ ਦਾ ਸਹੀ ਰਸਤਾ ਦੱਸਿਆ। ਕੀਰਤਨ ਤੋਂ ਪਿੱਛੋਂ ਕਈ ਜੀਵਨ ਗੁੰਝਲਾਂ ਬਾਰੇ ਪਰਸਪਰ ਉੱਤਰ ਪ੍ਰਸ਼ਨ ਵੀ ਕੁਦਰਤੀ ਗੱਲ ਸੀ। ਹਰਿਦੁਆਰ ਤੋਂ ਦੱਖਣ ਪੂਰਬ ਪਾਸੇ 150 ਮੀਲਾਂ ਦੇ ਫਾਸਲੇ ਤੇ ਜੋਗੀਆਂ ਦੀ ਨਾਥ ਸੰਪਰਦਾਇ ਦਾ ਇੱਕ ਭਾਰਾ ਗੜ੍ਹ ਸੀ, ਜਿੱਥੇ ਗੋਰਖਪੰਥੀ ਰਹਿੰਦੇ ਸਨ। ਉਸ ਅਸਥਾਨ ਦਾ ਨਾਮ ਗੋਰਖਮਤਾ ਸੀ। ਬਰੇਲੀ ਸਟੇਸ਼ਨ ਤੋਂ ਇੱਕ ਛੋਟੀ ਲਾਈਨ ਪੀਲੀਭੀਤ ਦੇ ਰਸਤੇ ਤਨਕਪੁਰ ਤੱਕ ਜਾਂਦੀ ਹੈ। ਪੀਲੀਭੀਤ ਅਤੇ ਤਨਕਪੁਰ ਦੇ ਵਿਚਕਾਰ ਇੱਕ ਸਟੇਸ਼ਨ ਖਟੀਮਾ ਹੈ। ਖਟੀਮਾ ਤੋਂ ਉਹ ਸਥਾਨ 10 ਮੀਲ ਪੱਛਮ ਵਾਲੇ ਪਾਸੇ ਹੈ ਅਤੇ ਪੀਲੀਭੀਤ ਤੋਂ 15 ਮੀਲ ਉੱਤਰ ਪੱਛਮ ਦੀ ਗੁੱਠੇ। ਸਮਾਧੀਆਂ ਦੀ ਸਹਾਇਤਾ ਨਾਲ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਦੇ ਕਾਰਨ ਗ੍ਰਸਤੀ ਲੋਕ ਜੋਗੀਆਂ ਦੀ ਬੜੀ ਮਾਨਤਾ ਪੂਜਾ ਕਰਦੇ ਸਨ। ਕਿਸੇ ਨੂੰ ਇਹ ਲਾਲਚ ਹੁੰਦਾ ਸੀ ਕਿ ਸੰਤਾਂ ਪਾਸੋਂ ਕੋਈ ਵਰ ਮਿਲੇਗਾ। ਕੋਈ ਇਸ ਡਰ ਕਰਕੇ ਸੇਵਾ ਕਰਦਾ ਸੀ ਕਿ ਮਤਾ ਨਾਥ ਨਾਰਾਜ਼ ਹੋ ਕੇ ਕੋਈ ਸਰਾਪ ਨਾ ਦੇ ਜਾਣ। ਸੋ ਇਹ ਜੋਗੀ ਲੋਕ ਆਪ ਤਾਂ ਰਿੱਧੀਆਂ ਸਿੱਧੀਆਂ ਦੀ ਉਲਝਣ ਵਿੱਚ ਫਸੇ ਰਹੇ ਤੇ ਸਧਾਰਨ ਜਨਤਾ ਦੇ ਭਾ ਸਹਿਮ ਬਣ ਗਏ ਸਨ। ਨਾ ਆਪਣਾ ਆਤਮਿਕ ਜੀਵਨ ਉੱਚਾ ਕਰ ਸਕੇ, ਨਾ ਖਲਕਤ ਦੀ ਸੇਵਾ ਵਿੱਚ ਲੱਗ ਸਕੇ। ਗੋਰਖਮਤੇ ਦੇ ਗੁਆਂਢ ਦੇ ਪਹਾੜੀ ਇਲਾਕਿਆਂ ਵਿੱਚ ਰਜਵਾੜੇ ਚੰਡੀ ਦੇਵੀ ਅੱਗੇ ਮਨੁੱਖਾਂ ਦਾ ਬਲੀਦਾਨ ਦਿਆ ਕਰਦੇ ਸਨ। ਪਰ ਇਹ ਜੋਗੀ ਆਪਣੇ ਆਪ ਵਿੱਚ ਇਤਨੇ ਮਸਤ ਰਹਿੰਦੇ ਸਨ ਕਿ ਆਪਣੀ ਸੇਵਾ ਤਾਂ ਕਰਾ ਲੈਂਦੇ ਸਨ, ਪਰ ਕਦੇ ਉਹਨਾਂ ਲੋਕਾਂ ਨੂੰ ਅਜਿਹੇ ਘੋਰ ਨਿਰਦਈ ਕੁਕਰਮਾਂ ਵੱਲੋਂ ਵਰਜਦੇ ਨਹੀਂ ਸਨ। ਵੈਸਾਖ 1565 ਅਤੇ ਈਸਵੀ ਸੰਨ 1508 ਦੇ ਅਪ੍ਰੈਲ ਦੇ ਮਹੀਨੇ ਵਿੱਚ ਹਰਿਦੁਆਰ ਤੋਂ ਚੱਲ ਕੇ ਗੁਰੂ ਨਾਨਕ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਪਹਾੜ ਦੀ ਕੰਢੀ ਦੇ ਲੋਕਾਂ ਨੂੰ ਇਸ ਦੋਹਰੀ ਬਿਪਤਾ ਤੋਂ ਬਚਾਉਣ ਲਈ ਗੋਰਖਮਤੇ ਜਾ ਪਹੁੰਚੇ। ਹਰਿਦੁਆਰ ਤੋਂ 80 ਕੁ ਮੀਲਾਂ ਦੀ ਵਿੱਥ ਉੱਤੇ ਕੁਮਾਊਂ ਦੇ ਇਲਾਕੇ ਦਾ ਪ੍ਰਸਿੱਧ ਨਗਰ ਅਲਮੋੜਾ ਹੈ। 16ਵੀਂ ਸਦੀ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਉਸ ਦੇਸ਼ ਗਏ, ਉੱਥੇ ਚੰਦ ਜਾਤ ਦੇ ਰਾਜੇ ਰਾਜ ਕਰਦੇ ਸਨ। ਇਹ ਰਾਜੇ ਮਨੁੱਖਾਂ ਨੂੰ ਚੰਡੀ ਦੀ ਭੇਟ ਚੜ੍ਹਾਇਆ ਕਰਦੇ ਸਨ। ਸਤਿਗੁਰ ਜੀ ਨੇ ਅਲਮੋੜੇ ਪਹੁੰਚ ਕੇ ਰਾਜੇ ਨੂੰ ਇਸ ਕੁਕਰਮ ਤੋਂ ਹਟਾਇਆ। ਉਹਨਾਂ ਪਹਾੜੀ ਲੋਕਾਂ ਨੂੰ ਵੀ ਜਗਾਇਆ ਕਿ ਪੱਥਰ ਆਦਿਕ ਦੀਆਂ ਮੂਰਤੀਆਂ ਬਣਾ ਬਣਾ ਕੇ ਉਹਨਾਂ ਅੱਗੇ ਗਰੀਬ ਪਰਦੇਸੀਆਂ ਦੇ ਸਿਰ ਭੇਟ ਕਰਨੇ ਬੜਾ ਭਾਰੀ ਅਤਿਆਚਾਰ ਹੈ। ਨਿਰਜਿੰਦ ਮੂਰਤੀਆਂ ਨੇ ਖੁਸ਼ ਕੀ ਹੋਣਾ ਹੈ ਤੇ ਕੀ ਨਾਰਾਜ਼ ਹੋਣਾ ਹੈ।
ਸਾਰੀ ਦੁਨੀਆ ਦੇ ਪੈਦਾ ਕਰਨ ਵਾਲੇ ਇੱਕ ਸਿਰਜਣਹਾਰ ਦੀ ਭਗਤੀ ਕਰੋ, ਉਸ ਨੂੰ ਖੁਸ਼ ਰੱਖੋ। ਉਹ ਖੁਸ਼ ਹੁੰਦਾ ਹੈ ਜੇ ਉਸ ਖਲਕਤ ਵਿੱਚ ਵੇਖ ਕੇ ਸਾਰੀ ਖਲਕਤ ਨਾਲ ਪਿਆਰ ਕਰੀਏ। ਅਲਮੋੜੇ ਸਤਿਗੁਰ ਜੀ ਦੇ ਆਗਮਨ ਦੀ ਯਾਦ ਵਿੱਚ ਇੱਕ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ। ਉਸ ਪਾਸੇ ਦੇ ਲੋਕ ਗੁਰੂ ਸਾਹਿਬ ਜੀ ਨਾਲ ਪਿਆਰ ਕਰਦੇ ਸਨ, ਪਰ ਬਾਅਦ ਵਿੱਚ ਉਸ ਪਾਸੇ ਪ੍ਰਚਾਰ ਦੀ ਘਾਟ ਕਰਕੇ ਸਿੱਖ ਧਰਮ ਵਾਲੇ ਸੰਸਕਾਰ ਮਿਟਦੇ ਗਏ ਤੇ ਆਖਰ ਗੁਰਦੁਆਰਾ ਵੀ ਮੁੱਕ ਗਿਆ। ਹਰਿਦੁਆਰ ਤੋਂ ਅਲਮੋੜੇ ਨੂੰ ਆਉਂਦਿਆਂ ਗੁਰੂ ਨਾਨਕ ਦੇਵ ਜੀ ਕੋਟ ਦੁਆਰੇ ਠਹਿਰੇ ਸਨ। ਕੋਟ ਦੁਆਰਾ ਗੜਵਾਲ ਦੇ ਜ਼ਿਲ੍ਹਾ ਪੌੜੀ ਦਾ ਇੱਕ ਨਗਰ ਹੈ। ਹਰਿਦੁਆਰ ਤੋਂ 25 ਕੁ ਮੀਲਾਂ ਦੀ ਵਿੱਥ ਉੱਤੇ ਦੱਖਣ ਪੂਰਬ ਪਾਸੇ। ਉੱਥੇ ਹੁਣ ਸਤਿਗੁਰ ਜੀ ਦਾ ਸਥਾਨ ਹੈ, ਜੋ ਚਰਨ ਪਾਦੁਕਾ ਕਰਕੇ ਪ੍ਰਸਿੱਧ ਹੈ। ਇੱਧਰ ਦੇ ਲੋਕ ਵਰਾਹ ਅਵਤਾਰ ਦੇ ਉਪਾਸਕ ਸਨ। ਵਰਾਹ ਦੀ ਮੂਰਤੀ ਦੀ ਪੂਜਾ ਕਰਦੇ ਸਨ ਅਤੇ ਗਲ ਵਿੱਚ ਪਾਈ ਫਿਰਦੇ ਸਨ। ਸਤਿਗੁਰ ਜੀ ਨੇ ਇਹਨਾਂ ਨੂੰ ਇੱਕ ਪਰਮਾਤਮਾ ਦੀ ਭਗਤੀ ਵਿੱਚ ਜੋੜਿਆ। ਅਲਮੋੜੇ ਤੋਂ ਦੱਖਣ ਪਾਸੇ ਰੱਤਾ ਕੋ ਪੂਰਬ ਦੇ ਰੁੱਖ 70 ਕੁ ਮੀਲਾਂ ਦੀ ਵਿੱਥ ਉੱਤੇ ਗੋਰਖਮਤਾ ਸੀ। ਗੋਰਖਮਤੇ ਦੀ ਸੰਪਰਦਾਇ ਦੇ ਕੰਨ ਪਾਟਿਆਂ ਵਿੱਚੋਂ ਝੰਗਰਨਾਥ ਤੇ ਭੰਗਰਨਾਥ ਮੁਖੀ ਜੋਗੀ ਸਨ। ਜਦੋਂ ਸਤਿਗੁਰ ਜੀ ਅਜੇ ਤਲਵੰਡੀ ਰਹਿੰਦੇ ਸਨ, ਉੱਥੇ ਅਨੇਕਾਂ ਰਮਤੇ ਸੰਤਾਂ ਸਾਧਾਂ ਜੋਗੀਆਂ ਨਾਲ ਉਹਨਾਂ ਦੀ ਜਾਣ ਪਛਾਣ ਬਣਦੀ ਰਹਿੰਦੀ ਸੀ। ਉਹਨਾਂ ਸਾਧਾਂ ਦੀ ਬੈਠਕ ਵਿੱਚ ਹੀ ਸਤਿਗੁਰ ਜੀ ਨੇ ਜੋਗ ਮਤ ਦੇ ਨਿਯਮਾਂ ਅਤੇ ਸਾਧਨਾ ਦੀ ਵਾਕਫੀ ਹਾਸਲ ਕੀਤੀ ਸੀ। ਤਲਵੰਡੀ ਆਏ ਸਾਧੂਆਂ ਨਾਲ ਖਿਆਲਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਸੀ। ਰੋਸ਼ਨ ਦਿਮਾਗ ਸਤਿਗੁਰੂ ਉਹਨਾਂ ਨੂੰ ਜੋਗ ਮਾਰਗ ਦੀਆਂ ਉਕਾਈਆਂ ਦੱਸਦੇ ਰਹਿੰਦੇ ਸਨ ਤੇ ਇਸ ਤਰ੍ਹਾਂ ਚਰਚਾ ਹੁੰਦੀ ਰਹਿੰਦੀ ਸੀ। ਗੁਰੂ ਨਾਨਕ ਸਾਹਿਬ ਜੀ ਅਲਮੋੜੇ ਤੋਂ ਗੋਰਖਮਤੇ ਨੂੰ ਚੱਲ ਪਏ। ਕਈਆਂ ਜੋਗੀਆਂ ਨਾਲ ਤਾਂ ਪਹਿਲਾਂ ਜਾਣ ਪਛਾਣ ਹੋ ਚੁੱਕੀ ਸੀ। ਬਾਕੀ ਦੇ ਵੀ ਆਪਣੇ ਸਾਥੀਆਂ ਪਾਸੋਂ ਸਤਿਗੁਰ ਜੀ ਬਾਰੇ ਬਹੁਤ ਕੁਝ ਸੁਣ ਚੁੱਕੇ ਹੋਏ ਸਨ। ਹਰਿਦੁਆਰ ਦਾ ਪੁਰਬ ਲੰਘਿਆ। ਅਜੇ 2-2.5 ਮਹੀਨੇ ਹੀ ਹੋਏ ਸਨ। ਸਤਿਗੁਰ ਜੀ ਆਪਣੇ ਮਿਥੇ ਪ੍ਰੋਗਰਾਮ ਅਨੁਸਾਰ 2-2, 2.5-2.5 ਮੀਲਾਂ ਦਾ ਪੜਾਅ ਕਰਕੇ ਹਰਿਦੁਆਰ ਤੋਂ ਗੋਰਖਮਤੇ ਵੱਲ ਜਾ ਰਹੇ ਸਨ। ਜੋਗੀ ਉਹਨਾਂ ਦੀ ਉਡੀਕ ਵਿੱਚ ਹੀ ਸਨ। ਜਦੋਂ ਸਤਿਗੁਰ ਜੀ ਗੋਰਖਮਤੇ ਪਹੁੰਚੇ ਤਾਂ ਝੰਗਰਨਾਥ ਅਤੇ ਭੰਗਰਨਾਥ ਨਾਲ ਬੜੀ ਚਰਚਾ ਹੋਈ। ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਪਰਮਾਤਮਾ ਦੀ ਖਲਕਤ ਵੱਲੋਂ ਕੋਰਾਪਨ ਜੀਵਨ ਦਾ ਸਹੀ ਰਸਤਾ ਨਹੀਂ ਹੈ। ਪਹਿਲਾਂ ਉਸ ਸਾਰੇ ਇਲਾਕੇ ਵਿੱਚ ਲੋਕ ਇਸ ਗੱਲ ਨੂੰ ਧਰਮ ਸਮਝਦੇ ਸਨ ਕਿ ਚੰਡੀ ਦੇਵੀ ਦੀ ਪੂਜਾ ਕੀਤੀ ਜਾਏ। ਉਸ ਨੂੰ ਪ੍ਰਸੰਨ ਕਰ ਲਈ ਕਿਸੇ ਭੁੱਲੇ ਭਟਕੇ ਪਰਦੇਸੀ ਮਨੁੱਖ ਦਾ ਬਲੀਦਾਨ ਆਪਣੇ ਰਾਜੇ ਦੀ ਰਾਹੀਂ ਦਿੱਤਾ ਜਾਏ। ਟਿੱਲੇ ਉੱਤੇ ਬੈਠੇ ਜੋਗੀਆਂ ਦੀ ਸੇਵਾ ਕੀਤੀ ਜਾਏ ਤਾਂ ਕਿ ਉਹਨਾਂ ਤੋਂ ਮਿਲੇ ਵਰ ਨਾਲ ਦੁਨਿਆਵੀ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਉਹਨਾਂ ਦੀ ਸੇਵਾ ਵੱਲੋਂ ਉਕਾਈ ਨਾ ਕੀਤੀ ਜਾਏ, ਮਤਾ ਕਿਤੇ ਕੋਈ ਸਰਾਪ ਦੇ ਜਾਣ। ਇੱਕ ਇਹ ਸਦੀਵੀ ਵਹਿਮ ਅਤੇ ਸਦੀਵੀ ਸਹਿਮ ਜੇ ਦਾ ਜੀਵਨ ਸੀ ਜੋ ਉਹ ਲੋਕ ਬਿਤਾ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਦਿਲਾਂ ਵਿੱਚੋਂ ਦੂਜੇ ਰਜਵਾੜਿਆਂ ਦੇ ਬੰਦਿਆਂ ਵਿਰੁੱਧ ਨਫ਼ਰਤ ਦੂਰ ਕਰਨ ਦਾ ਯਤਨ ਕੀਤਾ। ਉਹਨਾਂ ਨੂੰ ਦ੍ਰਿੜ ਕਰਾਇਆ ਕਿ ਸਾਰੀ ਹੀ ਖਲਕਤ ਦਾ ਮਾਲਕ ਇੱਕੋ ਇੱਕ ਅਕਾਲ ਪੁਰਖ ਹੈ। ਉਸ ਨੂੰ ਪ੍ਰਸੰਨ ਕਰਨ ਦੀ ਲੋੜ ਹੈ ਤੇ ਉਹ ਪ੍ਰਸੰਨ ਤਾਂ ਹੁੰਦਾ ਹੈ ਜੇ ਉਸ ਦੀ ਸਾਰੀ ਖਲਕਤ ਨਾਲ ਪਿਆਰ ਕਰੀਏ। ਉਹੀ ਪ੍ਰਭੂ ਸਾਰੇ ਜੀਵਾਂ ਨੂੰ ਸੁੱਖ ਦੇਣ ਵਾਲਾ ਹੈ। ਕਿਸੇ ਹੋਰ ਤੋਂ ਡਰਨ ਦੀ ਲੋੜ ਨਹੀਂ। ਸਦਾ ਉਸੇ ਪਰਮਾਤਮਾ ਦੀ ਸਿਫਤ ਸਲਾਹ ਕਰੋ ਅਤੇ ਉਸ ਦੇ ਨਿਰਮਲ ਭਾਵ ਵਿੱਚ ਹੀ ਜੀਵਨ ਜਿਉਣਾ ਚਾਹੀਦਾ ਹੈ। ਸਤਿਗੁਰ ਜੀ ਦੇ ਇਸ ਉੱਦਮ ਦਾ ਅਸਰ ਇਹ ਹੋਇਆ ਕਿ ਲੋਕਾਂ ਦੇ ਦਿਲਾਂ ਤੋਂ ਜੋਗੀਆਂ ਦਾ ਡਰ ਭਾਉ ਉਤਰ ਗਿਆ। ਜੋਗੀਆਂ ਦੀ ਪੂਜਾ ਮਾਨਤਾ ਘਟਣ ਲੱਗ ਪਈ। ਆਖਰ ਘਟਦੀ ਘਟਦੀ ਇਤਨੀ ਘਟੀ ਕਿ ਉਹਨਾਂ ਜੋਗੀਆਂ ਨੂੰ ਉੱਥੋਂ ਆਪਣੀ ਸ਼ਫਾ ਵਲੇਟਣੀ ਪੈ ਗਈ। ਜੋਗੀਆਂ ਦਾ ਅੱਡਾ ਪੁੱਟਿਆ ਗਿਆ। ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਲੋਕਾਂ ਨੇ ਉੱਥੇ ਸਤਸੰਗ ਦਾ ਪ੍ਰਬੰਧ ਕਰ ਲਿਆ। ਸਹਿਜੇ ਸਹਿਜੇ ਉਹ ਸਥਾਨ ਉਸ ਇਲਾਕੇ ਵਾਸਤੇ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਬਣ ਗਿਆ। ਉਸ ਦਾ ਨਾਮ ਗੋਰਖਮਤੇ ਦੀ ਥਾਂ ਨਾਨਕਮਤਾ ਪ੍ਰਸਿੱਧ ਹੋ ਗਿਆ। ਹੁਣ ਉਸ ਥਾਂ ਦਾ ਪ੍ਰਬੰਧ ਉਸ ਇਲਾਕੇ ਵਿੱਚੋਂ ਚੁਣੀ ਲੋਕਲ ਕਮੇਟੀ ਦੇ ਹੱਥ ਵਿੱਚ ਹੈ। ਅੱਜ ਵੀ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ
ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਵਾਸਤੇ ਹੁਮ ਹੁਮਾ ਕੇ ਪਹੁੰਚਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।